ऐसी इस समय पंजाब यूनिवर्सिटी खड़े हैं। पंजाब यूनिवर्सिटी चंडीगढ़ की यही यूनिवर्सिटी है जिस विच पंजाब चंडीगढ़ तो इलावा हरियाणा राजस्थान यूपी दिल्ली उत्तराखंड के जोड़े स्टूडेंट है ਇੱਥੇ एजुकेशन प्राप्त करने ਲਈ ਇੱਥੇ ਦਾਖਲਾ ਲੈਂਦੇ ਨੇ। बड़ी मशहूर यूनिवर्सिटी है। ये लाहौर तो चल के मैं बड़ी पुरानी यूनिवर्सिटी है, लाहौर तो चल के ये चंडीगढ़ आई है। पार्टीशन तो पहला ये यूनिवर्सिटी लाहौर च ਹੁੰਦੀ ਸੀਗੀ। ਇੱਥੇ स्टूडेंट काफ़ी देर तो धरना लगा रहे हैं। आप मेरे पीछे पोस्टर देख रहे हो, ये बिल्कुल ये ਜਿਹੜਾ बैरीगेड्स लगे इस पिछे VC ऑफिस है और BC ऑफिस के मूहरे ये धरना चल रहा। और पुसू वालों ਜਿਹੜਾ ਇੱਥੇ ਦਾ ਮੇਨ ਆਰਗੇਨਾਈਜੇਸ਼ਨ ਗਰੁੱਪ ਹੈ ਉਹਨਾਂ ਵੱਲੋਂ ਇਹ ਧਰਨਾ ਲਗਾਇਆ ਜਾ ਰਿਹਾ। ਧਰਨਾ ਹੈਗਾ ਵੀ ਸੀਨੇਟ ਦੇ ਇਲੈਕਸ਼ਨ ਹੋਣੇ ਸੀ, ਗ੍ਰੈਜੂਏਸ਼ਨ ਜਿਹੜੀ ਵਰਗ ਹੈਗਾ ਖੇਤਰ ਹੈਗਾ ਉਸ ਦੀਆਂ 15 ਸੀਟਾਂ ਹੈਗੀਆਂ, ਉਸ ਦੇ ਲਈ ਇੱਥੇ ਇਲੈਕਸ਼ਨ ਹੋਣੇ ਸੀ ਪਰ ਉਹ ਡਿਲੇ ਹੋ ਗਏ, ਉਹ ਪੋਸਟਪੋਨ ਕਰ ਦਿੱਤੇ। ਹਾਲੇ ਅਗਲੀ ਡੇਟ ਜਿਹੜੀ ਹੈ ਅਨਾਉਂਸ ਨਹੀਂ ਕੀਤੀ। ਕਿਉਂ ਪੋਸਟਪੋਨ ਕੀਤੇ, ਸਟੂਡੈਂਟ ਕੀ ਚਾਹੁੰਦੇ ਆ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ। ਕਾਫੀ ਦੇਰ ਤੋਂ ਇਹ ਇੱਥੇ ਧਰਨਾ ਲਗਾ ਰਹੇ ਨੇ। ਕੀ ਕਹਾਣੀ ਕੀ ਹੈ ਸਰ, ਥੋੜਾ ਜਿਹਾ ਐਕਚੁਅਲ 'ਚ ਸਮਝਾਓ ਸਾਨੂੰ ਵੀ 15 ਸੀਟਾਂ ਲਈ ਜਿਹੜੇ ਇਲੈਕਸ਼ਨ ਹੋਣੇ ਸੀ ਕੀ ਰੀਜ਼ਨ ਰਿਹਾ, ਕਿਉਂ ਪੋਸਟਪੋਨ ਕੀਤੇ, ਕੀ ਐਮਰਜੈਂਸੀ ਸੀ? ਇਹ ਵੀਰੇ ਮਸਲਾ ਅਸਲ 'ਚ ਇਹ ਹੈ ਜੀ, ਇਹ ਪਿਛਲੇ ਸਾਲ 2020 ਦੇ ਵਿੱਚ ਸਤੰਬਰ ਦੇ ਵਿੱਚ ਜਿਹੜੀ ਇਹ ਗ੍ਰੈਜੂਏਟ ਸੈਨੇਟ ਦੀ ਚੋਣ ਆ ਇਹ ਹੋ ਜਾਣੀ ਚਾਹੀਦੀ ਸੀ। ਤਾਂ ਇਹ ਉਦੋਂ ਇਹਨਾਂ ਨੇ ਕੀ ਕੀਤਾ, ਉਦੋਂ ਕੋਵਿਡ ਦਾ ਬਹਾਨਾ ਲਾਇਆ ਵੀ ਕੋਵਿਡ ਆ ਗਿਆ ਜੀ, ਅੱਗੇ ਇੱਕ ਵਾਰੀ ਪੋਸਟਪੋਨ ਕਰਤੀ। ਹੁਣ ਜਿਹੜੀ ਦੂਜੀ ਡੇਟ ਸੀ ਇਹਦੀ ਉਹ 16 ਮਈ ਦਿੱਤੀ ਗਈ। ਫਿਰ 16 ਮਈ ਦੇ ਬਿਲਕੁਲ ਨੇੜੇ ਆ ਕੇ ਇਹਨਾਂ ਨੇ ਫਿਰ ਇੱਕ ਵਾਰੀ ਪੋਸਟਪੋਨ ਕਰਤੀ। ਹੁਣ ਤੀਜੀ ਵਾਰੀ 18 ਅਗਸਤ ਜਿਹੜੀ ਆ ਹੁਣ ਰੀਸੈਂਟ ਡੇਟ ਸੀਗੀ ਉਹ ਲੰਘ ਕੇ ਗਈ ਆ। ਤਾਂ ਇਹਨਾਂ ਨੇ 13 ਅਗਸਤ ਨੂੰ ਫਿਰ ਇੱਕ ਵਾਰੀ ਫਿਰ ਐਲਾਨ ਹੁੰਦਾ ਕਿ ਜਿਹੜੀ ਇਸ ਇਲੈਕਸ਼ਨ ਹੈ ਨਹੀਂ ਹੋਊਗੀ, ਪੋਸਟਪੋਨ ਕਰ ਦਿੱਤੀ ਗਈ। ਤਾਂ ਇਹਦੇ ਪਿੱਛੇ ਜਿਹੜੀ ਮਨਸ਼ਾ ਸੀ, ਜਿਹੜੀ ਨੀਅਤ ਹੈ ਇਹਨਾਂ ਦੀ, ਉਹ ਇਹ ਸੀ ਕਿ ਉਹ ਇਹ ਇਲੈਕਸ਼ਨ ਇਹ ਕਰਾਉਣਾ ਹੀ ਨਹੀਂ। ਮਤਲਬ ਇਹਨਾਂ ਨੂੰ ਇਹ ਸੀ ਵੀ ਇਲੈਕਸ਼ਨ ਨਾ ਹੀ ਹੋਵੇ ਅਤੇ ਜਿੱਥੇ ਬੰਦੇ ਮਤਲਬ ਵੋਟਰਾਂ ਦੇ ਹੱਥ ਫੈਸਲਾ ਹੁੰਦਾ, ਲੋਕ ਜਿਹੜੇ ਸੈਨੇਟ ਮੈਂਬਰ ਉਹਨਾਂ ਨੂੰ ਚੁਣ ਕੇ ਭੇਜਦੇ ਨੇ, ਇਹਨਾਂ ਨੂੰ ਇਹ ਸੀ ਆਪਣੇ ਬੰਦੇ ਆਪਾਂ ਸਿੱਧੇ ਦੇ ਸਿੱਧੇ ਨੋਮੀਨੇਟ ਕਰੀਏ, ਕੁਰਸੀਆਂ ਦੇ ਉੱਤੇ ਬਿਠਾਈਏ। ਤਾਂ ਇਹ ਬੇਸਿਕਲੀ ਇਹ ਚੋਣ ਦੇ ਉੱਤੇ ਹੀ ਹਮਲਾ ਕਰ ਰਹੇ ਆ ਵੀ ਇਹ ਪ੍ਰੋਸੈਸ ਹੀ ਖਤਮ ਹੋਣਾ ਚਾਹੀਦਾ। ਮੈਨੂੰ ਗੱਲ ਨਹੀਂ ਸਮਝ ਆ ਰਹੀ, ਜਦੋਂ ਇਲੈਕਸ਼ਨ ਨਹੀਂ ਹੋਣਗੇ, ਮੰਨ ਲਿਆ ਜਿੱਦਾਂ ਆਪਾਂ ਇਹਨਾਂ ਦੀ ਵੀਰ ਦੀ ਗੱਲ ਮੰਨ ਲਈ ਵੀ ਹਾਂ ਯਾਰ ਇਲੈਕਸ਼ਨ ਨਹੀਂ ਕਰਾਉਣਾ ਚਾਹੁੰਦੇ, ਇਹ ਚਾਹੁੰਦੇ ਆ ਵੀ ਸਾਡੇ ਫਿਰ ਨੋਮੀਨੇਟ ਤਾਂ ਨਹੀਂ ਹੋ ਸਕਦੇ, ਉਹ ਸੀਟਾਂ ਖਾਲੀ ਰਹਿਣਗੀਆਂ ਮੇਰੇ ਹਿਸਾਬ ਨਾਲ, ਜਿੰਨੀ ਕਿ ਮੇਰੀ ਨੌਲੇਜ ਆ। ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਹੈ ਨਾ, ਇਹ ਇਹਦੀ ਸੁਪਰੀਮ ਡਿਸੀਜਨ ਮੇਕਿੰਗ ਬੋਡੀ ਹੈ। ਬਿਲਕੁਲ ਠੀਕ ਹੈ। ਔਰ ਇਹ ਬੜਾ ਹੀ ਨਾ ਸ਼ਾਨਦਾਰ ਮਾਡਲ ਹੈ ਜਿਹਦੇ ਚ ਕੁਝ ਨੋਮੀਨੇਟਡ ਮੈਂਬਰ ਹੁੰਦੇ ਆ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜਾ ਚਾਂਸਲਰ ਹੈ, ਔਰ ਕੁਝ ਇਲੈਕਟਡ ਮੈਂਬਰ ਹੁੰਦੇ ਆ ਜਿਹਦੇ ਚ ਗ੍ਰੈਜੂਏਟ ਕੌਂਸਟੈਂਸੀ, ਪ੍ਰਿੰਸੀਪਲ ਕੌਂਸਟੈਂਸੀ, ਲੈਕਚਰਰ ਕੌਂਸਟੈਂਸੀ ਪੰਜਾਬ ਯੂਨੀਵਰਸਿਟੀ ਦੀਆਂ ਅਲੱਗ-ਅਲੱਗ ਫੈਕਲਟੀਜ਼ ਚੋਂ। ਅੱਛਾ, ਇਹ ਜਿਹੜੀ ਮੌਜੂਦਾ ਵਾਈਸ ਚਾਂਸਲਰ ਹੈ ਜਾਂ ਕਹਿ ਲਓ ਵੀ ਵਾਈਸ ਚਾਂਸਲਰ ਤੇ ਇੱਕ ਉਹਨਾਂ ਦਾ ਕਰਿੰਦਾ ਆ, ਬੇਸਿਕਲੀ ਇਹ ਭਾਜਪਾ ਔਰ RSS ਦੀ ਨੀਅਤ ਹੈ ਵੀ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਗਵਰਨਿੰਗ ਢਾਂਚਾ ਹੈ, ਜਿਹੜਾ ਬੜਾ ਹੀ ਡੈਮੋਕ੍ਰੈਟਿਕ ਹੈ, ਉਹਨੂੰ ਖਤਮ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਨੋਮੀਨੇਟਡ ਲੋਕ ਇੱਥੇ ਬਿਠਾ ਦਈਏ। ਪਿਛਲੇ 1 ਸਾਲ ਤੋਂ ਇਹ ਵਾਰ-ਵਾਰ ਸੈਨੇਟ ਦੇ ਮੈਂਬਰ ਜਿਹੜੀ ਸੈਨੇਟ ਦੇ ਇਲੈਕਸ਼ਨ ਹੈ ਪੋਸਟਪੋਨ ਕਰ ਰਹੇ। ਸੈਨੇਟ ਦੇ ਇਲੈਕਸ਼ਨ ਹਰ 4 ਸਾਲ ਬਾਅਦ ਹੋਣੇ ਹੁੰਦੇ। ਪਹਿਲਾਂ ਇਹਨਾਂ ਨੇ ਕਰੋਨਾ ਦਾ ਬਹਾਨਾ ਲਾਇਆ, ਬਾਅਦ 'ਚ ਇਹਨਾਂ ਨੇ ਮਾਣਯੋਗ ਹਾਈ ਕੋਰਟ ਨੇ ਜਦੋਂ ਡਾਇਰੈਕਸ਼ਨਾਂ ਦੇ ਦਿੱਤੀਆਂ ਤੇ ਇਹਨਾਂ ਨੇ ਇਲੈਕਸ਼ਨ ਕਰਾਉਣ ਦਾ ਪ੍ਰੋਸੈਸ ਸ਼ੁਰੂ ਕਰ ਲਿਆ। ਨੋਮੀਨੇਸ਼ਨਾਂ ਹੋ ਗਈਆਂ, ਸੀਰੀਅਲ ਨੰਬਰ ਅਲਾਟ ਹੋ ਗਏ, ਕੈਂਡੀਡੇਟਾਂ ਨੇ ਕੰਪੇਨਿੰਗ ਵੀ ਸ਼ੁਰੂ ਕਰਤੀ। ਹੁਣ ਇਹਨਾਂ ਨੇ ਦੇਖਿਆ ਵੀ ਜਿਹੜੀ ਗ੍ਰੈਜੂਏਟ ਕੌਂਸਟੈਂਸੀ ਹੈ, ਖਾਸ ਕਰ ਜਿਹੜੇ ਬਿੱਲਾ ਧਾਲੀਵਾਲ ਜੀ ਗੱਲ ਕਰ ਰਹੇ ਕੈਂਡੀਡੇਟ ਵੀ ਹੈ, ਡਾਕਟਰ ਸਾਹਿਬ ਵਿੱਚ ਕੈਂਡੀਡੇਟ ਹੈ, ਇਹ ਗ੍ਰੈਜੂਏਟ ਕੌਂਸਟੈਂਸੀ ਚੋਂ ਜਿਹੜੇ ਲੋਕ ਹੁੰਦੇ ਆ ਇਹ ਉਹਨਾਂ ਨੂੰ ਰੋਕਣਾ ਚਾਹੁੰਦੇ ਆ ਇਸ ਪੂਰੀ ਪ੍ਰਕਿਰਿਆ 'ਚ। ਇਹਨਾਂ ਦਾ ਮਕਸਦ ਇਹ ਆ ਵੀ ਨੋਮੀਨੇਟਡ ਅਸੀਂ ਭੇਜ ਦਾਂਗੇ, ਕੁਝ ਲੋਕ ਸਾਡੇ ਇੱਥੇ ਹੋਰ ਪ੍ਰਿੰਸੀਪਲਾਂ 'ਚੋਂ ਸਪੋਰਟ ਕਰਨਗੇ ਅਤੇ ਸਾਡਾ ਕਿਤੇ ਨਾ ਕਿਤੇ ਸੈਨੇਟ 'ਚ ਜਿਹੜਾ ਬਹੁਮਤ ਹੋ ਜਾਊਗਾ। ਕਿਉਂਕਿ ਸੈਨੇਟ ਨੂੰ ਅਗਰ ਖਤਮ ਵੀ ਕਰਨਾ ਹੈ ਜਾਂ ਤਾਂ ਪਾਰਲੀਮੈਂਟ ਐਕਟ ਦੇ ਰਾਹੀਂ ਖਤਮ ਹੋ ਸਕਦੀ ਹੈ ਜਾਂ ਸੈਨੇਟ ਖਤਮ ਕਰ ਸਕਦੀ ਹੈ। ਹੁਣ ਇਹਨਾਂ ਦਾ ਭਾਜਪਾ ਦਾ ਮੇਨ ਨਿਸ਼ਾਨਾ ਹੈ ਗ੍ਰੈਜੂਏਟ ਕੌਂਸਟੈਂਸੀ ਦੇ ਇਲੈਕਸ਼ਨ ਵਾਰ-ਵਾਰ ਪੋਸਟਪੋਨ ਕਰਕੇ। ਮੇਨ ਮਕਸਦ ਇਹਨਾਂ ਦਾ ਹੈ ਕਿਸੇ ਤਰੀਕੇ ਨਾਲ ਇਲੈਕਸ਼ਨ ਟਾਲ ਦਿੱਤੇ ਜਾਣ, ਔਰ ਇਸੇ ਕਰਕੇ ਇਹਦੇ ਵਿਰੋਧ 'ਚ ਇਹ ਨੌਜਵਾਨ ਸਾਰੇ ਧਰਨੇ 'ਤੇ ਬੈਠੇ ਆ। ਸੋ ਹਾਈ ਕੋਰਟ ਦੇ ਕਹਿਣ ਦੇ ਬਾਵਜੂਦ ਵੀ ਔਰ ਸਾਰੇ ਵਰਗ ਲਗਾਤਾਰ ਇਹਦੀ ਆਵਾਜ਼ ਉਠਾ ਰਹੇ, ਚਾਹੇ ਉਹ ਟੀਚਰ ਹੋਣ, ਚਾਹੇ ਸਟੂਡੈਂਟ ਹੋਣ, ਚਾਹੇ ਸਟੂਡੈਂਟ ਜਥੇਬੰਦੀਆਂ ਹੋਣ। ਲੇਕਿਨ ਇਹਨਾਂ ਦਾ ਡਿਕਟੇਟਰ ਰਵੱਈਆ, ਤਾਨਾਸ਼ਾਹੀ ਰਵੱਈਆ ਇਸ ਕੌਂਸਟੈਂਸੀ, ਕਿਉਂਕਿ ਗ੍ਰੈਜੂਏਟ ਕੌਂਸਟੈਂਸੀ 'ਚ ਨੌਜਵਾਨਾਂ ਦੀ ਰਿਪਰਜੈਂਟੇਸ਼ਨ, ਬੁੱਧੀਜੀਵੀਆਂ ਦੀ ਰਿਪਰਜੈਂਟੇਸ਼ਨ, ਜਿਹੜੇ ਪੰਜਾਬ ਦੇ ਪ੍ਰਤੀ ਚਿੰਤਕ ਲੋਕ ਹੈ, ਖਾਸ ਕਰ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਫਾਰਮਰ ਸਟੂਡੈਂਟ ਜਾਂ ਫਾਰਮਰ ਸਟੂਡੈਂਟ ਲੀਡਰ ਹੁੰਦੇ, ਉਹਨਾਂ ਨੂੰ ਮਿਲਦੀ ਆ। ਉਹਨਾਂ ਨੂੰ ਇਹ ਸਾਰੇ ਪ੍ਰੋਸੈਸ 'ਚੋਂ ਬਾਹਰ ਰੱਖਣਾ ਚਾਹੁੰਦੇ, ਜਿਹੜਾ ਕਿ ਬਹੁਤ ਹੀ ਅਨਫੋਰਚੂਨੇਟ ਹੈ, ਮੰਦਭਾਗਾ ਹੈ। ਜਿੰਨੀ ਕਿ ਮੇਰੀ ਨੌਲੇਜ ਹੈ ਵੀ ਜਿਹੜੇ ਪੋਸਟਪੋਨ ਕੀਤੇ ਆ, ਇਸ ਦੇ ਪਿੱਛੇ ਇੱਕ ਰੀਜ਼ਨ ਹੈ ਵੀ ਨਾ ਤਾਂ ਦਿੱਲੀ ਸਰਕਾਰ ਨੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਆ ਵੀ ਹਾਂ ਜੀ, ਕਿਉਂਕਿ ਜਿਹੜੇ ਸਾਡੇ ਵੋਟਰ ਆ ਉਹ ਅਲੱਗ-ਅਲੱਗ ਸਟੇਟਾਂ 'ਚ ਬੈਠੇ ਆ
ਤੇ ਦਿੱਲੀ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ, ਉੱਤਰਾਖੰਡ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ, ਉਹ ਕਹਿੰਦੇ ਤਾਂ ਅਸੀਂ ਪੋਸਟਪੋਨ ਕੀਤੇ, ਨਹੀਂ ਤਾਂ ਐਸੀ ਕੋਈ ਗੱਲ ਹੀ ਨਹੀਂ ਸੀ। ਉਹ ਤਾਂ ਡੇਟ ਅਨਾਉਂਸ ਕਰਤੇ ਸੀ, ਹਾਈ ਕੋਰਟ ਦੀ ਡਾਇਰੈਕਸ਼ਨਾਂ ਸੀ, ਇਲੈਕਸ਼ਨ ਕਰਾਏ ਜਾ ਰਹੇ ਸੀ। ਦੇਖੋ ਇਹ ਬਿਲਕੁਲ ਕੋਰਾ ਬਹਾਨਾ ਹੈ, ਕਿਉਂਕਿ ਅਸੀਂ ਇਹ ਦੇਖਦੇ ਹਾਂ, ਅਗਰ ਤੁਸੀਂ ਪਿੱਛੇ ਚਲੇ ਜਾਓ, ਜਿਸ ਤਰ੍ਹਾਂ ਤੁਹਾਨੂੰ ਕੰਗ ਸਾਹਿਬ ਨੇ ਕਿਹਾ ਹੈ, ਇਹ ਪਹਿਲੇ ਦਿਨ ਤੋਂ ਹੀ ਜਦੋਂ ਕਿ ਡਿਊ ਸੀ ਡੇਟਾਂ ਸਤੰਬਰ 2020 ਚ ਜਦੋਂ ਕਿ ਸੈਨੇਟ ਬਣਨੀ ਹੁੰਦੀ ਹੈ, ਉਸ ਵੇਲੇ ਤੋਂ ਪਹਿਲਾਂ ਹੀ ਇਹਨਾਂ ਨੇ ਕੋਵਿਡ ਜਾਂ ਕਰੋਨਾ ਦੇ ਬਹਾਨੇ ਹੇਠ ਇਹ ਸੈਨੇਟ ਦੀ ਜਾਂ ਸਿੰਡੀਕੇਟ ਦੀ ਹੋਂਦ ਨੂੰ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਮੈਂ ਐਗਜ਼ਾਮਪਲ ਦੇ ਰਿਹਾ, ਮੈਂ ਉਸ ਸਿੰਡੀਕੇਟ ਦਾ ਮੈਂਬਰ ਸੀ ਜਿਹਦੀ ਟਰਮ 31 ਦਸੰਬਰ 2020 ਤੱਕ ਸੀ। ਬਿਲਕੁਲ ਠੀਕ ਹੈ, ਇਹਨਾਂ ਨੇ ਜੁਲਾਈ ਦੇ ਬਾਅਦ ਉਹਦੀ ਮੀਟਿੰਗ ਹੀ ਨਹੀਂ ਬੁਲਾਈ ਵਿੱਚ ਜਦੋਂ ਕਿ ਹਾਲਾਂਕਿ 31 ਦਸੰਬਰ ਤੱਕ ਸਾਡੀ ਟਰਮ ਸੀ, ਇਹਨਾਂ ਨੇ ਉਹਦੀ ਮੀਟਿੰਗ ਹੀ ਨਹੀਂ ਬੁਲਾਈ। ਔਰ ਹੁਣ ਵੀ ਇਹਨਾਂ ਨੇ ਜਿਹੜਾ ਬਹਾਨਾ ਲੱਭਿਆ, ਕਮੇਟੀ ਬਣਾਤੀ ਰਿਫਾਰਮਸ ਕਰਨੇ ਹੈ, ਫਿਰ ਕਮੇਟੀ ਬਣਾਤੀ ਕਿ ਜੇ ਅਸੀਂ ਇਹਦੇ 'ਚ ਹਾਲੇ ਦੇਖਾਂਗੇ ਵੀ ਕਿਸ ਤਰ੍ਹਾਂ ਨਾਲ ਇਹ ਚੋਣ ਕਰਾਣੀ ਹੈ। ਔਰ ਫਿਰ ਹਾਈ ਕੋਰਟ 'ਚ ਜਾ ਕੇ ਅਸੀਂ ਰਿਲੀਫ ਲਿਆਂਦੀ, ਜਿਹਦੇ 'ਚ 16 ਮਈ ਫਿਕਸ ਕੀਤੀ। ਉਹ ਵੀ ਇਹਨਾਂ ਨੇ ਹਾਈ ਕੋਰਟ ਨੇ ਆਦੇਸ਼ ਦਿੱਤਾ, ਨਾ ਕਿ ਇਹਨਾਂ ਨੇ ਕੋਈ ਆਪਣੀ ਪਹਿਲ ਕੀਤੀ ਜਾਂ ਇਨੀਸ਼ੀਏਟਿਵ ਲਿਆ। ਹੁਣ ਵੀ ਇਹ ਜਿਹੜੀਆਂ ਇਲੈਕਸ਼ਨਾਂ ਕੀਤੀਆਂ ਜਾ ਰਹੀਆਂ ਹਨ, ਮਜਬੂਰੀ 'ਚ ਲੋਕ ਨਾਲ ਪ੍ਰੋਟੈਸਟ ਹੋ ਰਿਹਾ, ਬੜਾ ਪ੍ਰੈਸ਼ਰ ਹੈ ਜਿਹਦੇ ਕਰਕੇ ਹੋ ਰਿਹਾ ਹੈ। ਔਰ ਪਰ ਅਸੀਂ ਇਹ ਫਿਰ ਵੀ ਦੇਖਦੇ ਹਾਂ ਕਿ ਜਾਣ ਬੁੱਝ ਕੇ ਗ੍ਰੈਜੂਏਟ ਨਾ ਕਰੋ, ਇਹਦੀ ਜਿਹੜੀ ਇੰਪੋਰਟੈਂਸ ਘਟਾਓ। ਔਰ ਮੈਂ ਇੱਥੇ ਇੱਕ ਹੋਰ ਦੱਸ ਦਿੰਦਾ ਕਿ ਜਦੋਂ ਕਿਸੇ ਦਾ ਵਿਸ਼ਵਾਸ ਨਾ ਹੋਵੇ, ਵਿਲ ਪਾਵਰ ਨਾ ਹੋਵੇ, ਵਿਲ ਹੀ ਨਾ ਹੋਵੇ, ਤੇ ਕੋਈ ਬਹਾਨਿਆਂ ਦੀ ਕਮਜ਼ੋਰੀ ਨਹੀਂ ਹੁੰਦੀ, ਕੋਈ ਘਾਟ ਨਹੀਂ ਹੁੰਦੀ। ਮੈਂ ਕਹਿੰਦਾ ਕਿ ਜਦੋਂ ਬਿਲਕੁਲ ਸੈਨੇਟ ਬਣੀ ਦੀ ਸੀ, ਉਦੋਂ ਜਾਂ ਸਿੰਡੀਕੇਟ ਬਣੀ ਸੀ, ਮੀਟਿੰਗ ਨਹੀਂ ਬੁਲਾਈ। ਸਾਡਾ ਕੈਲੰਡਰ ਇਹ ਕਹਿੰਦਾ ਹੈ ਕਿ 2 ਸਾਲ 'ਚ 2 ਸੈਨੇਟ ਦੀਆਂ ਮੀਟਿੰਗਾਂ ਹੋਣੀ ਜ਼ਰੂਰੀ ਹੈ, ਸਿਰਫ 2। ਇਹ ਕਹਿੰਦੇ ਬਣਾ ਲਓ, ਅਸੀਂ 2 ਮੀਟਿੰਗਾਂ ਕਰਨੀਆਂ, ਨਹੀਂ ਕਰਾਂਗੇ ਨਾ ਕਰਾਂਗੇ, ਸਾਰਾ ਸਾਲ ਬੈਠੇ ਰਹਾਂਗੇ, ਮੀਟਿੰਗ ਨਹੀਂ ਕਰਾਂਗੇ। ਇਹ ਕਹਿੰਦੇ ਹੁਣ ਵੀ ਕਹਿੰਦੇ ਨੇ, ਕੀ ਹੋਏਗਾ ਜੇ ਬਣ ਵੀ ਜਾਏਗੀ ਤਾਂ ਅਸੀਂ ਸੈਨੇਟ ਦੀ ਮੀਟਿੰਗ ਬੁਲਾਉਣੀ ਸਾਡੇ ਹੱਥ 'ਚ ਹੈ। ਜਿਹੜੀਆਂ 2 ਹੈ, ਇੱਕ ਮਾਰਚ 'ਚ ਬੁਲਾਉਣੀ ਪੈਂਦੀ ਹੈ ਬਜਟ ਕਰਕੇ, ਇੱਕ ਬੁਲਾਉਣੀ ਪੈਂਦੀ ਦਸੰਬਰ ਸਿੰਡੀਕੇਟ ਚੁਣਨ ਵਾਸਤੇ, ਨਹੀਂ ਕਰਾਂਗੇ। ਇਹਦਾ ਮਤਲਬ ਵਿਸ਼ਵਾਸ ਨਹੀਂ ਹੈ। ਔਰ ਦਿਮਾਗ 'ਚ ਕੀ ਹੈ ਕਿ ਅਸੀਂ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਬਣਾ ਰਹੇ ਹਾਂ ਦੇਸ਼ ਵਿੱਚ, ਉਹਦੇ ਮੁਤਾਬਕ ਅਸੀਂ ਸੈਨੇਟ ਸਿੰਡੀਕੇਟ ਅਸੀਂ ਵੈਸੇ ਨਹੀਂ ਕਿਤੇ ਰੱਖਣੀਆਂ ਨਾ ਹੈਗੀਆਂ। ਇਹ ਤਾਂ ਸਿਰਫ ਅੰਗਰੇਜ਼ ਦੇ ਜ਼ਮਾਨੇ ਤੋਂ ਚਲੀ ਆ ਰਹੀ ਹੈ, ਜਿਹਦੇ ਕਰਕੇ ਇਹ ਚਲੀ ਆ ਰਹੀ ਹੈ। ਅਦਰਵਾਈਜ਼ ਉਹਨਾਂ ਦਾ ਵਿਸ਼ਵਾਸ ਹੈ ਕਿ ਅਸੀਂ ਇਹਨੂੰ ਤੋੜ ਦਈਏ। ਇੱਥੇ ਸਿਰਫ ਇੱਕ ਬੋਰਡ ਆਫ ਗਵਰਨਰਸ ਬਣਾ ਦਾਂਗੇ 21 ਬੰਦਿਆਂ ਦਾ, 31 ਬੰਦਿਆਂ ਦਾ, ਉਹਦਾ CEO ਹੋਏਗਾ, ਇਹ ਸੈਨੇਟ ਬਣੇਗੀ। ਮਤਲਬ ਇਹ ਸੈਨੇਟ ਦੀ ਸਿੰਡੀਕੇਟ ਖਤਮ ਹੈ। ਸੋ ਮੇਰਾ ਮਤਲਬ ਹੈ ਕਿ ਇਹ ਜਿਹੜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਇਲੈਕਟਿਡ ਬੰਦਿਆਂ ਦੀ ਬਜਾਏ, ਵੀ ਇਲੈਕਟਿਡ ਬੰਦਿਆਂ ਦੀ ਬਜਾਏ ਇਹ ਕਹਿੰਦੇ ਵੀ ਨੋਮੀਨੇਟ ਬੰਦੇ ਜਿਹੜੇ ਆ ਉਹ ਚਲਾਣ। ਬਸ ਇਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਸਾਰੇ ਦੇਸ਼ ਦੇ ਅੰਦਰ ਨਵੀਂ ਐਜੂਕੇਸ਼ਨ ਪਾਲਿਸੀ ਦੇ ਨਾਂ ਤੇ ਕੋਈ ਸੈਨੇਟ ਸਿੰਡੀਕੇਟ ਨਹੀਂ ਚਾਹੁੰਦੇ। ਅਸੀਂ ਤਾਂ 21 ਤੇ 31 ਮੈਂਬਰਾਂ ਦੀ ਬੋਰਡ ਆਫ ਗਵਰਨਰਸ ਬਣੇਗਾ ਹਰ ਥਾਂ ਦੇ ਉੱਤੇ, ਉਹ ਐਡਮਿਨਿਸਟ੍ਰੇਸ਼ਨ ਚਲਾਇਆ ਕਰੇਗਾ, ਉਹਦਾ CEO ਹੋਏਗਾ। ਇਸ ਜਿਹੜੀ ਯੂਨੀਵਰਸਿਟੀ ਹੈ ਤੇ ਸਾਡੀ ਦੇਸ਼ ਦੀ ਹੈਰੀਟੇਜ ਯੂਨੀਵਰਸਿਟੀ ਹੈ, ਪਾਰਲੀਮੈਂਟ ਆਫ ਇੰਡੀਆ ਦੀ ਗੱਲ ਕੇ ਬਚੀ ਦੀ ਹੈ, ਪਰ ਇਹਨਾਂ ਨੇ ਹਰ ਕੀਮਤ ਇਹਨੂੰ ਤੋੜਨਾ ਹੈ। ਔਰ ਇਹਨਾਂ ਦਾ ਵਿਸ਼ਵਾਸ ਨਹੀਂ ਹੈ, ਕਿਉਂਕਿ ਸਾਰੇ ਦੇਸ਼ 'ਚ ਇੱਕੋ ਜਿਹੀ ਪਾਲਿਸੀ ਚਾਹੁੰਦੇ ਆ। ਮੈਨੂੰ ਗੱਲ ਸਮਝ ਨਹੀਂ ਆ ਰਹੀ, ਤੁਹਾਡਾ ਧਰਨਾ ਚੱਲ ਰਿਹਾ, ਹਾਈ ਕੋਰਟ ਨੇ ਜਿਹੜਾ ਵਿਸ਼ਵਾਸ ਇੰਨਾ ਜ਼ਾਹਿਰ ਕਰਤਾ ਵੀ ਸਾਨੂੰ ਪੂਰਾ ਵਿਸ਼ਵਾਸ ਆ, ਹਾਈ ਕੋਰਟ ਇਹ ਕਹਿੰਦਾ ਵੀ ਸਾਨੂੰ ਪੂਰਾ ਵਿਸ਼ਵਾਸ ਆ BC ਤੇ ਵੀ ਉਹ ਜ਼ਰੂਰ ਜਿਹੜੇ ਇਲੈਕਸ਼ਨ ਹੈ ਗ੍ਰੈਜੂਏਸ਼ਨ ਕਨਸਟੀਟੂਐਂਸੀ ਦੇ ਇਹ ਜ਼ਰੂਰ ਕਰਾਏ ਜਾਣਗੇ। ਜਦੋਂ ਤੁਸੀਂ ਹਾਈ ਕੋਰਟ ਚਲੇ ਗਏ, ਹਾਈ ਕੋਰਟ ਨੇ ਵਿਸ਼ਵਾਸ ਜ਼ਾਹਿਰ ਕਰਤਾ, ਫਿਰ ਵੀ ਤੁਸੀਂ ਧਰਨਾ ਲਗਾ ਰਹੇ ਹੋ, ਕਿ ਤੁਹਾਨੂੰ ਹਾਈ ਕੋਰਟ ਤੇ ਵਿਸ਼ਵਾਸ ਨਹੀਂ ਹੈ ਜਾਂ ਉਸਦੇ ਡਿਸੀਜਨ ਤੇ ਵਿਸ਼ਵਾਸ ਨਹੀਂ ਹੈ? ਹਾਈ ਕੋਰਟ ਵੱਲੋਂ, ਮਾਣਯੋਗ ਹਾਈ ਕੋਰਟ ਵੱਲੋਂ ਤਾਂ ਡਿਸੀਜਨ ਆ ਗਿਆ ਸੀ, ਡੇਟ ਵੀ ਬਕਾਇਦਾ ਫਿਕਸ ਹੋ ਗਈ ਸੀ, ਪਰ ਐਨ ਮੂਮੈਂਟ ਤੇ ਆ ਕੇ 2-3 ਦਿਨ ਪਹਿਲਾਂ ਆ ਕੇ ਇੱਕ ਬਹਾਨਾ ਬਣਾ ਕੇ ਉਹ ਇਲੈਕਸ਼ਨ ਨੂੰ ਫਿਰ ਪੋਸਟਪੋਨ ਕਰ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਤੁਸੀਂ ਹਾਈ ਕੋਰਟ ਗਏ ਹੋ ਨਾ, ਫਿਰ ਹਾਈ ਕੋਰਟ ਨੇ ਵਿਸ਼ਵਾਸ ਜ਼ਾਹਿਰ ਕੀਤਾ ਵੀ ਨਹੀਂ ਇਲੈਕਸ਼ਨ ਜਿਹੜੇ ਆ VC ਵੱਲੋਂ ਕਰਾਏ ਜਾਣਗੇ। ਨਹੀਂ, ਅਸੀਂ ਇਹੀ ਚਾਹੁੰਦੇ ਹਾਂ ਕਿ VC ਸਾਹਿਬ ਸਾਨੂੰ ਲਿਖਤੀ ਰੂਪ ਦੇ ਵਿੱਚ ਉਹ ਦੇ ਦੇਣ। ਉਹ ਵਰਬਲੀ ਆ ਕੇ ਕਹਿਣ ਨਾਲ ਸਾਡਾ ਨਹੀਂ ਮਨ ਸੰਤੁਸ਼ਟ ਹੁੰਦਾ, ਉਹ ਸਾਨੂੰ ਆ ਕੇ ਲਿਖਤੀ ਰੂਪ ਦੇ ਵਿੱਚ ਦੇ ਦੇਣ ਤੇ ਅਸੀਂ ਉਸ ਹਿਸਾਬ ਨਾਲ ਅਗਲੀ ਕਾਰਵਾਈ ਕਰ ਲਾਂਗੇ। ਨਾਲੇ ਹਾਈ ਕੋਰਟ ਤਾਂ ਪਿਛਲੇ 6 ਮਹੀਨਿਆਂ ਤੋਂ ਕਹਿ ਰਿਹਾ ਵੀ ਇਲੈਕਸ਼ਨ ਕਰਾਓ। ਗੱਲ ਹੈ ਇਹਨਾਂ ਦਾ ਭਰੋਸਾ ਕਿਸ ਤਰ੍ਹਾਂ ਬਣੇ, ਭਰੋਸੇ ਯੋਗਤਾ ਇਹਨਾਂ ਦੀ ਖਤਮ ਹੋ ਗਈ ਆ। ਗੱਲ ਇਹ ਨਹੀਂ ਕਿ ਵੀ ਹਾਈ ਕੋਰਟ ਨੇ ਕੀ ਕਿਹਾ, ਗੱਲ ਇਹ ਆ ਵੀ ਤੁਸੀਂ ਪਿਛਲੇ 1 ਸਾਲ ਤੋਂ, ਜਿੱਦਾਂ ਪ੍ਰੋਫੈਸਰ ਸਾਹਿਬ ਨੇ ਜ਼ਿਕਰ ਕੀਤਾ, ਸੈਨੇਟ ਔਰ ਸਿੰਡੀਕੇਟ ਦੀ ਵੀ ਮੀਟਿੰਗ ਨਹੀਂ ਕੀਤੀ ਗਈ। ਉਸ 1 ਸਾਲ 'ਚ ਜਿਹੜੇ ਇੱਥੇ ਘਪਲੇ ਹੋ ਰਹੇ ਆ, ਘੁਟਾਲੇ ਹੋ ਰਹੇ ਆ, ਜਿਹਦੀ ਵਾਰ-ਵਾਰ ਕਈ ਗੱਲਾਂ ਨਿਕਲ ਕੇ ਆ ਰਹੀਆਂ, ਵਾਈਸ ਚਾਂਸਲਰ ਮਨਮਰਜ਼ੀਆਂ ਕਰ ਰਿਹਾ, ਚਾਹੇ ਉਹ ਅਪਾਇੰਟਮੈਂਟਸ ਦੀਆਂ ਗੱਲਾਂ ਹੋਣ, ਚਾਹੇ ਜਿਹੜਾ ਕੰਸਟਰਕਸ਼ਨ ਵਰਕ ਹੈ ਉਹਦੇ ਤੇ ਚੈੱਕ ਕੀ ਆ, ਇਹ ਚੀਜ਼ਾਂ ਤਾਂ ਲੁਕਾਉਣਾ ਚਾਹੁੰਦੇ ਆ। ਔਰ ਗ੍ਰੈਜੂਏਟ ਕੌਂਸਟੀਟੂਐਂਸੀ ਤੁਸੀਂ ਇਲੈਕਸ਼ਨ ਕਰਾਉਣਾ, ਜਦੋਂ ਤੁਹਾਡਾ ਸਾਰੀ ਪ੍ਰਕਿਰਿਆ ਪੂਰੀ ਹੋ ਗਈ, ਤੁਹਾਨੂੰ ਮੰਨ ਲਓ ਇੱਕ ਸਟੇਟ ਨੇ ਨਹੀਂ ਪਰਮਿਸ਼ਨ ਦਿੱਤੀ, ਜਿਹੜੇ ਨੇ ਦੇਤੀ ਉੱਥੇ ਕਰਵਾ ਦਿਓ ਨਾ। ਮੰਨ ਲਓ ਉੱਤਰਾਖੰਡ ਜਾਂ ਦਿੱਲੀ ਜਿਹੜਾ ਇਹ ਕਹਿ ਰਿਹਾ ਹਰਿਆਣੇ 'ਚ ਨਹੀਂ ਹੋਈ, ਉੱਥੇ ਕਿੰਨੇ ਕੁ ਬੂਥ ਹੈ, ਕੋਈ 8, 10, 15, 20 ਬੂਥ ਹੋਣਗੇ ਨਾ, ਉਹਨੂੰ ਪੈਂਡਿੰਗ ਕਰ ਲਓ। ਜਿਹੜਾ ਬਾਕੀ ਪੰਜਾਬ ਦਾ ਮੇਜਰ ਪਾਰਟ ਚੰਡੀਗੜ੍ਹ ਦਾ, ਉੱਥੇ ਤੇ ਕਰਾ ਲਓ। ਗੱਲ ਇਹ ਆ ਵੀ ਕਰਾਉਣਾ ਹੀ ਨਹੀਂ ਚਾਹੁੰਦੇ, ਇਹਨਾਂ ਦੀ ਮਨਸ਼ਾ ਤੇ ਸਾਨੂੰ ਸ਼ੱਕ ਹੈ। ਜੇ ਅੱਜ ਡੇਟ ਅਨਾਉਂਸ ਕਰਦੇ ਤੇ ਧਰਨਾ ਚੁੱਕਣ ਨੂੰ ਤਿਆਰ ਹੈ ਸਾਰੇ। ਉਹ 'ਚ ਕਿਹੜੀ ਟੋਟਲ ਕਿੰਨੇ ਵੋਟਰ ਆ
ਕਿੱਥੇ ਕਿੱਥੇ ਤੁਹਾਨੂੰ ਥੋੜਾ ਜਿਹਾ ਡਿਟੇਲ, ਕਿਉਂਕਿ ਤੁਸੀਂ ਇਲੈਕਸ਼ਨ ਲੜਨਾ ਚਾਹ ਰਹੇ ਹੋ ਤਾਂ ਤੁਹਾਡੇ ਕੋਲ ਪ੍ਰੋਪਰ ਡਿਟੇਲ ਹੋਏਗੀ, ਕਿੰਨੇ ਕੁ ਵੋਟਰ ਹੈ, ਕਿਹੜੀ ਸਟੇਟ 'ਚ ਕਿੰਨੇ ਹੈਗੇ ਆ, ਥੋੜਾ ਜਿਹਾ ਦੱਸੋ। ਟੋਟਲ ਵੋਟਰ ਵੀਰੇ ਇਹਦੇ 3,70,000 ਦੇ ਕਰੀਬ ਜਿਹੜੇ ਟੋਟਲ ਵੋਟਰ ਨੇ। ਇਹਦੇ ਵਿੱਚ ਜਿਹੜਾ ਇਹਦਾ ਖੇਤਰ ਆ, ਜਿਹੜਾ ਇਸ ਜਿਹੜੀ ਸਾਡੇ ਵਾਲੀ ਗ੍ਰੈਜੂਏਟ ਖੇਤਰ ਆ, ਇਹਦਾ ਬਹੁਤ ਜ਼ਿਆਦਾ ਵੱਡਾ, ਜਿਵੇਂ ਪੂਰੇ ਦਾ ਪੂਰਾ ਪੰਜਾਬ ਹੈ, ਹਰਿਆਣਾ, ਹਿਮਾਚਲ, ਉੱਤਰਾਖੰਡ, ਦਿੱਲੀ, ਰਾਜਸਥਾਨ ਦਾ ਕੁਛ ਹਿੱਸਾ, ਈਵਨ ਕਿ ਗੋਆ ਤੱਕ ਵੀ, ਗੋਆ ਕਰਨਾਟਕਾ ਤੱਕ ਵੀ ਵੋਟਾਂ ਨੇ ਜਿਹੜੇ ਇੱਥੋਂ ਯੂਨੀਵਰਸਿਟੀ ਦੇ ਵਿੱਚੋਂ ਬੰਦੇ ਪੜ੍ਹ ਕੇ ਗਏ ਨੇ, ਪਰ ਉੱਥੇ ਪੋਲਿੰਗ ਬੂਥ ਨਹੀਂ ਲੱਗਦਾ। ਤਾਂ ਏਰੀਆ ਬਹੁਤ ਜ਼ਿਆਦਾ ਵੱਡਾ ਇਹਦਾ। ਤੇ ਮਤਲਬ ਕਿ ਸਿਰਫ 2 ਸਟੇਟਾਂ ਨੇ ਮਨਾ ਕੀਤਾ? ਮਨਾ ਵੀਰੇ ਗੱਲ ਇਹ ਹੈ ਜੀ, ਤੁਹਾਨੂੰ ਦੱਸਦਾ ਮੈਂ, ਜਿਵੇਂ ਤੁਸੀਂ ਇੱਧਰ ਵੀ ਤੁਸੀਂ ਪੁੱਛ ਰਹੇ ਸੀ ਨਾ, ਜਦੋਂ ਮਾਣਯੋਗ ਹਾਈ ਕੋਰਟ ਨੇ ਇੰਟਰਫੇਰੈਂਸ ਕੀਤੀ, ਉਹਨਾਂ ਨੇ ਇਹਨਾਂ ਦੀ ਚੰਗੀ ਤਰ੍ਹਾਂ ਖਿਚਾਈ ਵੀ ਕੀਤੀ ਕਿ ਤੁਸੀਂ ਜਦੋਂ ਬਾਕੀ ਦੇਸ਼ ਦੇ ਵਿੱਚ ਜਿਹੜੀਆਂ ਚੋਣਾਂ ਨੇ, ਹੁਣ ਹਰ ਤਰ੍ਹਾਂ ਦੀ ਚੋਣ ਆਪਣੇ ਦੇਸ਼ 'ਚ ਹੋਈ ਆ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ। ਈਵਨ ਕਿ ਸੈਕੰਡ ਵੇਵ ਜਦੋਂ ਸਿਖਰਾਂ ਤੇ ਸੀ, ਉਦੋਂ ਪੱਛਮੀ ਬੰਗਾਲ ਦੀਆਂ ਚੋਣਾਂ ਹੋਈਆਂ, ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਗਈਆਂ, ਕੁੰਭ ਦੇ ਮੇਲੇ ਆਪਣੇ ਦੇਸ਼ ਦੇ ਵਿੱਚ ਲੱਗਦੇ ਰਹੇ ਨੇ, ਹਨਾ। ਤਾਂ ਉਹ ਕੋਵਿਡ ਵਾਲਾ ਤਾਂ ਗੱਲ ਹਨਾ ਇੱਕ ਸਾਈਡ ਰਹਿ ਜਾਂਦੀ ਆ। ਤਾਂ ਜਦੋਂ ਮਾਣਯੋਗ ਹਾਈ ਕੋਰਟ ਨੇ ਇਹਨਾਂ ਨੂੰ ਕਿਹਾ ਕਿ ਸਾਰੀਆਂ ਚੋਣਾਂ ਹੋ ਰਹੀਆਂ, ਤੁਸੀਂ ਇਹਨਾਂ ਦੀ ਚੋਣ ਵੀ ਕਰਾਓ, ਤਾਂ ਇਹਨਾਂ ਨੇ ਜਿਹੜਾ ਪ੍ਰਪੋਜ਼ਲ ਜਿਹੜਾ ਇਹਨਾਂ ਨੇ ਦਿੱਤਾ ਸੀਗਾ, ਡੇ ਦਿੱਤਾ ਸੀ, ਉਹ 18 ਅਗਸਤ ਦਾ ਦਿੱਤਾ। ਹੁਣ ਉੱਥੇ ਹੀ ਤੁਸੀਂ ਇਹਨਾਂ ਦੀ ਮਨਸ਼ਾ ਜਿਹੜੀ ਉਹ ਸਾਫ਼ ਹੋ ਜਾਂਦੀ ਆ ਕਿ ਬੁੱਧਵਾਰ ਦਾ ਦਿਨ ਚੁਣਿਆ ਗਿਆ। ਅੱਜ ਤੱਕ ਸਰ ਹੋਰੀ ਬਹੁਤ ਸੀਨੀਅਰ ਇਲੈਕਸ਼ਨ ਦੇ ਵਿੱਚ ਬਹੁਤ ਸੀਨੀਅਰ ਨੇ, ਤੇ ਹਾਂ, ਅੱਜ ਤੱਕ ਦੀ ਹਿਸਟਰੀ ਦੇ ਵਿੱਚ ਇਹ ਇਲੈਕਸ਼ਨ ਹਮੇਸ਼ਾ ਸੰਡੇ ਨੂੰ ਹੁੰਦੀ ਰਹੀ ਆ, ਵਰਕਿੰਗ ਡੇ ਦੇ ਵਿੱਚ ਇਲੈਕਸ਼ਨ ਕਦੇ ਨਹੀਂ ਹੋਈ। ਤਾਂ ਉਦੋਂ ਹੀ ਚੋਰ ਮੋਰੀ ਰੱਖ ਲਈ ਗਈ। ਤਾਂ ਹੁਣ ਨੇੜੇ ਆਏ ਜਦੋਂ ਪੰਜਾਬ ਜਿਹੜੀ ਪੰਜਾਬ ਗਵਰਨਮੈਂਟ ਆ, ਉਹਨਾਂ ਨੇ ਇਹ ਰੀਜ਼ਨ ਦਿੱਤਾ ਸੀ ਵੀ ਉਹਨਾਂ ਦੇ ਜਿਹੜੇ ਸਕੂਲਾਂ ਦੇ ਵਿੱਚ ਪੋਲਿੰਗ ਬੂਥ ਲੱਗਣੇ ਆ, ਉੱਥੇ ਮਤਲਬ ਇਹ ਨਹੀਂ ਹੋ ਸਕਦੀ, ਕਿਉਂਕਿ ਬੱਚੇ ਨਵੇਂ ਸਕੂਲਾਂ 'ਚ ਆਉਣੇ ਸ਼ੁਰੂ ਹੋਏ ਨੇ, ਤੇ ਕੋਵਿਡ ਦਾ ਫਿਰ ਵੀ ਚਲੋ ਇੱਕ ਸਾਇਆ ਹਾਲੇ ਮੰਡਰਾ ਰਿਹਾ। ਤਾਂ ਪੰਜਾਬ ਸਰਕਾਰ ਨੇ ਲਿਖ ਕੇ ਦਿੱਤਾ ਕਿ ਬੁੱਧਵਾਰ ਨੂੰ ਜਿਹੜੀਆਂ ਤੁਸੀਂ ਚੋਣਾਂ ਸਾਡੇ ਸਕੂਲਾਂ ਨੂੰ ਪੋਲਿੰਗ ਬੂਥ ਦੇ ਤੌਰ ਤੇ ਤੁਸੀਂ ਨਹੀਂ ਵਰਤ ਸਕਦੇ ਨਾ। ਤਾਂ ਇੱਕ ਤਾਂ ਇਹ ਹੋਈ ਚੀਜ਼। ਹੁਣ ਤੁਸੀਂ ਇੱਥੋਂ ਹੀ ਦੇਖੋ ਵੀ ਬੁੱਧਵਾਰ ਦਾ ਦਿਨ ਕਿਉਂ ਪ੍ਰਪੋਜ਼ ਕੀਤਾ ਗਿਆ। ਤੁਸੀਂ ਕਹਿਣੇ ਹੋ ਨਾ ਵੀ ਅਸੀਂ ਹਾਈ ਕੋਰਟ ਤੇ ਭਰੋਸਾ, ਸਾਨੂੰ ਹਾਈ ਕੋਰਟ ਤੇ ਪੂਰਾ ਭਰੋਸਾ, ਸਾਨੂੰ ਭਰੋਸਾ ਇਹਨਾਂ ਤੇ ਵੀ ਆ, ਸਾਨੂੰ ਭਰੋਸਾ ਜਿਹੜੀ ਵਾਈਸ ਚਾਂਸਲਰ ਦੀ ਪੋਸਟ ਹੈ ਉਹਦੇ ਤੇ ਵੀ ਭਰੋਸਾ, ਪਰ ਜਿਹੜੇ ਉਹਦੇ ਤੇ ਸੋਚ ਕਾਬਜ ਹੈ, ਜਿਹੜੇ ਬੰਦੇ ਉਹਦੇ ਤੇ ਕਾਬਜ ਨੇ, ਸਾਨੂੰ ਉਹਨਾਂ ਤੇ ਭਰੋਸਾ ਨਹੀਂ ਹੈਗਾ। ਇੱਥੇ ਆਉਣ, ਸਾਨੂੰ ਰਿਟਰਨ 'ਚ ਦੇਣ ਜਾਂ ਅਨਾਊਂਸ ਕਰਨ, ਆਪਣੇ ਮੂੰਹੋਂ ਆਫੀਸ਼ੀਅਲੀ ਅਨਾਊਂਸ ਕਰਨ, ਸਾਡਾ ਧਰਨਾ ਚੱਕਿਆ ਜਾਊਗਾ। ਅਸੀਂ ਤਾਂ ਸਗੋਂ ਚਾਹੁੰਦੇ ਹਾਂ, ਮੈਂ ਤਾਂ ਕੈਂਡੀਡੇਟ ਹਾਂ, ਮੈਨੂੰ ਪਤਾ ਜਿਹੜੇ ਮੇਰੇ ਨਾਲ ਦੇ ਬਾਕੀ ਕੈਂਡੀਡੇਟ ਨੇ ਉਹ ਇੱਥੇ ਕਿਉਂ ਨਹੀਂ ਆ ਰਹੇ, ਕਿਉਂਕਿ ਆਪੋ ਆਪਣੀ ਚੋਣਾਂ ਦੀ ਤਿਆਰੀ 'ਚ ਲੱਗੇ ਹੋਏ ਨੇ। ਮੈਂ ਇੱਥੇ ਬੈਠਾ, ਉਹਨਾਂ ਨੂੰ ਇਹ ਹੈ ਨਾ ਵੀ ਇਹਨਾਂ ਨੇ ਧਰਨਾ ਤਾਂ ਦੇ ਹੀ ਰੱਖਿਆ, ਡੇਟ ਤਾਂ ਆਈ ਜਾਣੀ ਆ, ਉਹ ਸਾਰੇ ਆਪਣੀ ਤਿਆਰੀ 'ਚ ਲੱਗੇ ਹੋਏ ਨੇ। ਤਾਂ ਇੱਕ ਤਰ੍ਹਾਂ ਨਾਲ ਮੇਰੇ ਲਈ ਤਾਂ ਨੁਕਸਾਨ ਹੀ ਹੋ ਰਿਹਾ ਨਾ ਐਜ਼ ਏ ਕੈਂਡੀਡੇਟ। ਤਾਂ ਜਾਂ ਜਿਵੇਂ ਮੇਰੇ ਕੋਲੇ ਸਾਰਾ ਆਏ ਨੇ ਅੱਜ, ਇਹਨਾਂ ਦਾ ਵੀ 2-4 ਘੰਟਿਆਂ ਦਾ ਨੁਕਸਾਨ ਹੀ ਹੋਇਆ ਨਾ। ਅਸੀਂ ਤਾਂ ਆਪਣੀ ਕੰਪੇਨ ਚਲਾਉਣੀ ਆ, ਤਾਂ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਉਹ ਸਾਨੂੰ ਆਉਣ, ਅਫੀਸ਼ੀਅਲ ਦੱਸਣ। ਪਰ ਹਾਂ, ਜਿੰਨਾ ਚਿਰ ਤਰੀਕ ਨਹੀਂ ਦਿੰਦੇ, ਚਾਹੇ ਇਲੈਕਸ਼ਨ ਜਿੱਤੀਏ ਹਾਰੀਏ, ਪਰ ਇੱਕ ਜਿਹੜੇ ਲੋਕ ਸੁਣ ਰਹੇ ਨੇ ਉਹਨਾਂ ਨਾਲ ਵਾਅਦਾ ਜ਼ਰੂਰ ਕਰਦੇ ਆ ਕਿ ਚੋਣ ਜ਼ਰੂਰ ਹੋਊਗੀ। ਨਹੀਂ, ਉਹ ਤਾਂ ਲਾਜ਼ਮੀ ਹੈਗੀ ਹੈ। ਜਦੋਂ ਹਾਈ ਕੋਰਟ ਨੇ ਜਦੋਂ ਕਹਿ ਦਿੱਤਾ, ਇਸ ਦਾ ਮਤਲਬ ਉਹ ਤਾਂ ਕਲੀਅਰ ਆ। ਇਹ ਹੋ ਸਕਦਾ ਵੀ 2 ਦਿਨ ਅੱਗੇ ਹੋ ਜਾਣ ਜਾਂ 2 ਦਿਨ ਪਿੱਛੇ ਹੋ ਜਾਣ। 2 ਦਿਨ ਦੀ ਗੱਲ ਨਹੀਂ ਹੈ ਨਾ ਵੀਰੇ, 2 ਸਾਲ ਹੋ ਚੱਲੇ ਆ। ਜੇ ਇਹ ਹੋਣੀ ਤਾਂ ਪਿਛਲੇ ਸਾਲ ਚਾਹੀਦੀ ਸੀ ਨਾ, ਸਤੰਬਰ ਖਤਮ ਹੋਣ ਤੋਂ ਪਹਿਲੇ ਹੋਣੀ ਚਾਹੀਦੀ। ਜੀ ਹਾਂ। ਬਾਕੀ ਪਰ ਆਪਾਂ ਹੋਰ ਸਾਰੇ ਐਕਸਪੈਕਟ ਵੀ ਧਿਆਨ 'ਚ ਰੱਖੀਏ ਨਾ। ਹੁਣ ਲੋਕ ਅਸੀਂ ਲੋਕਾਂ ਦੇ ਵਿੱਚ ਜਾਂਦੇ ਆ, ਹੁਣ 3 ਵਾਰ ਅਸੀਂ ਲੋਕਾਂ 'ਚ ਜਾ ਚੁੱਕੇ ਆ। ਤੁਸੀਂ ਇਹ ਦੇਖੋ ਵੀ ਪ੍ਰਿੰਟਿੰਗ ਮਟੀਰੀਅਲ ਬਣਾਉਣਾ ਪੈਂਦਾ, ਉਹਦੇ ਤੇ ਤਾਂ ਡੇਟ ਲਿਖਣੀ ਪੈਂਦੀ ਹੈ ਨਾ ਲੋਕਾਂ ਲਈ। ਤੁਸੀਂ ਹੈਰਾਨ ਹੋਵੋਗੇ ਸੁਣ ਕੇ, 18 ਅਗਸਤ ਦੇ ਦਿਨ ਸੀਗੀਆਂ ਜਿਹੜੀਆਂ ਵੋਟਾਂ ਸੀ। ਤਾਂ ਹੁਣ ਜਿਹੜੇ ਤਾਂ ਨਵੇਂ ਵੋਟਰ ਨੇ, ਜਿਹੜੇ ਰਜਿਸਟਰਡ ਨੇ, ਸਾਡੇ ਨਾਲ ਜੁੜੇ ਨੇ, ਉਹਨਾਂ ਦੀਆਂ ਤਾਂ ਚਲੋ ਮੰਨ ਲਓ ਸੋਸ਼ਲ ਮੀਡੀਆ, ਫੋਨ ਨੰਬਰ, WhatsApp, ਅਸੀਂ ਮੈਸੇਜ ਜਿੰਨਾ ਹੋ ਸਕਿਆ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਇੰਨੀ ਜ਼ਿਆਦਾ ਗਿਣਤੀ 'ਚ ਵੋਟਰ ਨੇ ਵੀ ਇੰਪੋਸੀਬਲ ਆ ਪਹੁੰਚਾਉਣਾ। ਪਰ ਜਿਹੜੇ ਸਰਹੁਰਾਂ ਨਾਲ ਬੰਦੇ ਜੁੜੇ ਹੋਏ ਨੇ ਜਾਂ ਪੁਰਾਣੇ ਸੀਨੀਅਰ ਜਿਹੜੇ ਵੋਟਰ ਨੇ, ਉਹਨਾਂ ਨੂੰ ਉਹਨਾਂ ਤੱਕ ਵਿਚਾਰਾਂ ਤੱਕ ਮੈਸੇਜ ਨਹੀਂ ਗਿਆ, ਕਿਉਂਕਿ ਯੂਨੀਵਰਸਿਟੀ ਨੇ ਤਾਂ ਇਸ ਗੱਲ ਨੂੰ ਨਹੀਂ ਸੀਰੀਅਸ ਲਿਆ ਨਾ ਇਹਨਾਂ ਨੇ ਲੋਕਾਂ ਨੂੰ ਇਹ ਮੈਸੇਜ ਭੇਜਿਆ ਵੀ ਕਿਹਦੀ ਵੋਟ ਬਣੀ ਹੋਈ ਆ, ਨਾ ਇਹਨਾਂ ਨੇ ਕਿਸੇ ਨੂੰ ਇਹ ਮੈਸੇਜ ਭੇਜਿਆ ਵੀ ਕਿਹਦੀ ਵੋਟ, ਮਤਲਬ ਇਹ ਜਿਹੜੀ ਪੋਲਿੰਗ ਹੈ ਇਹਦੀ ਡੇਟ ਬਦਲ ਦਿੱਤੀ ਗਈ ਆ। ਜੀ ਮੈਂ ਇਹੀ ਗੱਲ ਸਰ ਕਹਿ ਰਿਹਾ ਕਿ ਲੋਕ 18 ਨੂੰ ਪੋਲਿੰਗ ਬੂਥਾਂ ਤੇ ਬਜ਼ੁਰਗ ਬੰਦੇ ਵਿਚਾਰੇ ਧੱਕੇ ਖਾਂਦੇ ਰਹੇ। ਕੌਣ ਜ਼ਿੰਮੇਵਾਰ ਆ? ਉਹਨਾਂ ਦੀ ਖੱਜਲ ਖੁਆਰੀ ਹੋਈ ਆ, ਉਹਨੂੰ ਇਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ, ਮੇਰੇ ਹਿਸਾਬ ਨਾਲ ਤਾਂ ਕੰਪਨਸੇਟ ਕਰਨਾ ਚਾਹੀਦਾ ਉਹਨਾਂ ਨੂੰ, ਬਜ਼ੁਰਗਾਂ ਨੂੰ। ਤਾਂ ਇਹ ਹੈ ਨਾ, ਲੋਕਾਂ ਦਾ ਯਕੀਨ ਉੱਠ ਜੂਗਾ। ਵਾਰੀ ਤਰੀਕ ਬਦਲ ਰਹੇ ਆ, ਤਾਂ ਅਗਲੀ ਵਾਰ ਨੂੰ ਜਦੋਂ ਅਸੀਂ ਲੋਕਾਂ ਕੋਲੇ ਜਾਵਾਂਗੇ ਵੀ ਸਰ ਇਹ ਤਰੀਕ ਹੈ ਜੀ, ਤੁਸੀਂ ਵੋਟ ਪਾਉਣ ਲਈ ਆਉਣਾ, ਤਾਂ ਪਹਿਲੀ ਗੱਲ ਸਾਨੂੰ ਹੀ ਨਹੀਂ ਯਕੀਨ ਹੋਣਾ ਇਸ ਗੱਲ ਦਾ ਕਿ ਚੋਣ ਹੋਊਗੀ ਕਿ ਨਹੀਂ ਹੋਊਗੀ। ਤਾਂ ਸਾਰੀਆਂ ਚੀਜ਼ਾਂ ਨਹੀਂ ਕਰੋਗੇ, ਆਏ ਵਾਰੀ ਇੰਨਾ ਪੈਸਾ ਖਰਚ ਕਰਨਾ ਪੋਸੀਬਲ ਨਹੀਂ ਹੈ ਜੀ। ਹਾਂਜੀ, ਦੇਖੋ ਗੱਲ ਸਿੰਪਲ ਹੈ ਕਿ ਅਗਰ ਇਹ ਇਲੈਕਸ਼ਨ 18 ਨੂੰ ਕਰਾ ਦਿੰਦੇ ਤੇ ਸਾਡੇ ਪ੍ਰਿੰਸੀਪਲਸ ਤੇ ਟੀਚਰਸ ਦੀ ਵੀ ਚੋਣ ਉਸੇ ਦਿਨ ਸੀ ਜਿਹਦੀ ਕਾਊਂਟਿੰਗ ਹੁੰਦੀ ਹੈ 15 ਲੱਖ ਰੁਪਈਆ ਇਹਨਾਂ ਨੇ ਯੂਨੀਵਰਸਿਟੀ ਦਾ ਹੋਰ ਖਰਚ ਕਰਨਾ ਹੈ ਨਵੀਂ ਡੇਟ ਫਿਕਸ ਕਰਕੇ। ਨਹੀਂ ਤਾਂ 15 ਲੱਖ ਬਚ ਜਾਣਾ ਸੀ। ਸਟਾਫ ਸਾਰਾ ਕਾਲਜਾਂ 'ਚ ਗਿਆ ਸੀ, ਉਹਨਾਂ ਨੇ ਇਲੈਕਸ਼ਨ ਕਰਾ ਕੇ ਆ ਜਾਣਾ ਸੀ। ਮੇਰਾ ਮਤਲਬ ਹੈ ਕਿ 15 ਲੱਖ ਨੁਕਸਾਨ ਬਾਦਰੇਸ਼ਨ ਵੱਖਰੀ, ਇੱਥੇ ਜਿੰਨੀ ਯੂਨੀਵਰਸਿਟੀ ਦੀ ਬਦਨਾਮੀ ਹੋ ਰਹੀ ਹੈ ਸਾਰੇ ਪਾਸੇ ਹੋ ਰਹੀ ਹੈ ਵੀ ਲੋਕਤੰਤਰ ਨੂੰ ਤਬਾਹ ਕਰ ਰਹੇ ਨੇ। ਕਿਉਂ ਨਹੀਂ ਇਸ ਨੂੰ ਜਲਦੀ ਕਰਾ ਕੇ ਤੇ ਸਾਰੀ ਕੰਟਰੋਵਰਸੀ ਖਤਮ ਕਰ ਦੇ। ਸੋ ਇਸ ਕਰਕੇ ਅਸੀਂ ਤਾਂ ਕਹਿੰਦੇ ਹਾਂ ਕਿ ਇਹਨਾਂ ਨੇ ਇਰਰਿਸਪੌਂਸਿਬਲ ਅਪਰੋਚ ਹੈ। ਜਿਸ ਤਰ੍ਹਾਂ ਕਹਿੰਦੇ ਕਿ ਆਪਣੇ ਬਿੱਲੇ ਨੇ ਕਿਹਾ ਕਿ ਜਿਹੜੇ ਤੁਸੀਂ ਪੰਜਾਬ ਦੇ ਕਿਸੇ ਏਰੀਆ 'ਚ ਪਤਾ ਨਹੀਂ ਲੋਕਾਂ ਨੂੰ ਪੋਸਟਪੋਨ ਹੋਈ ਕਿ ਨਹੀਂ ਹੋਈ, ਲੋਕ ਉੱਥੇ ਚਲੇ ਗਏ। ਸੋ ਮੇਰਾ ਕਹਿਣ ਦਾ ਮਤਲਬ ਕਿ ਪੈਸਾ 15 ਲੱਖ। ਦੂਜੀ ਗੱਲ, ਮੇਰਾ ਕਿਉਂਕਿ ਮੈਂ ਇੱਥੇ ਪਿਛਲੇ 6 ਟਰਮਾਂ ਤੋਂ ਸੈਨੇਟਰ ਬਣਿਆ ਆ ਰਿਹਾ, ਸਾਰੇ ਦਿੱਲੀ 'ਚ 200-250 ਵੋਟ ਪੈਂਦੀ ਹੈ ਹਰ 4 ਸਾਲ ਬਾਅਦ।
ਜਿਹੜਾ ਤੁਹਾਡਾ ਹੈਗਾ ਉੱਤਰਾਖੰਡ, ਸਿਰਫ ਦੇਹਰਾਦੂਨ ਉੱਥੇ ਸੈਂਟਰ ਬਣਦਾ, ਹੋਰ ਕਿਸੇ ਸ਼ਹਿਰ 'ਚ ਨਹੀਂ ਬਣਦਾ। ਉਹਦੀਆਂ 50-40 ਵੋਟਾਂ ਹੁੰਦੀਆਂ। ਉਹ ਭਾਈ ਇਹਦੇ ਕਰਕੇ ਬਾਕੀ ਕਰਾ ਲੈਂਦੇ, ਬਾਅਦ 'ਚ ਕਰਾ ਲੈਂਦੇ, ਗੱਲ ਖਤਮ ਸੀ। ਸਹੀ ਹੈ ਜੀ, ਸਹੀ ਹੈ। ਤੁਸੀਂ ਸਾਰਾ ਲੱਖਾਂ ਰੁਪਏ ਬਚਾ ਲੈਂਦੇ, ਬਾਅਦ 'ਚ ਬਚਾ ਲੈਂਦੇ, ਇਲੈਕਸ਼ਨ ਬਚਾ ਲੈਂਦੇ, ਸਿਰਫ ਉਹਨਾਂ ਦੇ ਇੱਕ ਦਿਨ ਮੁੜ ਕੇ ਰੱਖ ਕੇ ਕਰਾ ਲੈਂਦੇ, ਕੋਈ ਦਿੱਕਤ ਨਹੀਂ ਸੀ ਹੈਗੀ। ਅੱਜ 7 ਦਿਨ ਹੋ ਗਏ ਇਹਨਾਂ ਨੂੰ। ਮੈਂ ਜਿਹੜੀ ਗੱਲ ਨਿਕਲ ਕੇ ਆਈ ਹੈ, ਗੱਲ ਬਿਲਕੁਲ ਠੀਕ ਹੈਗੀ ਆ ਵੀ ਇਲੈਕਸ਼ਨ ਇੱਕ ਤਾਂ ਟਾਈਮ ਸਿਰ ਹੋਣੇ ਚਾਹੀਦੇ ਸੀ। ਚਲੋ ਕਿਸੇ ਵਜ੍ਹਾ ਨਾਲ ਕਰੋਨਾ ਕਰਕੇ ਇਲੈਕਸ਼ਨ ਨਹੀਂ ਹੋਏ ਤਾਂ ਕੈਂਡੀਡੇਟਸ ਨੂੰ ਇਸ ਕਰਕੇ ਨੁਕਸਾਨ ਹੋ ਰਿਹਾ। ਆਏ ਵਾਰੀ ਬਾਰ-ਬਾਰ ਜਦੋਂ ਡੇਟ ਅਨਾਉਂਸ ਹੁੰਦੀ ਆ, ਕੈਂਡੀਡੇਟ ਤਿਆਰੀਆਂ ਕਰਦਾ, ਪੈਸੇ ਖਰਚ ਕਰਦਾ, ਜਗ੍ਹਾ ਜਗ੍ਹਾ ਮੀਟਿੰਗਾਂ ਕਰਦਾ, ਟਾਈਮ ਵੇਸਟ ਕਰਦਾ, ਮਤਲਬ ਕਿ ਉਸ ਦੀ ਜੇਬ 'ਚੋਂ ਤਾਂ ਪੈਸਾ ਲੱਗ ਹੀ ਜਾਂਦਾ ਤੇ ਦੂਜੇ ਪਾਸੇ ਇਲੈਕਸ਼ਨ ਆਏ ਵਾਰੀ ਪੋਸਟਪੋਨ ਹੋ ਜਾਂਦਾ। ਜਿੱਦਾਂ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਇਸ 'ਚ ਯੂਨੀਵਰਸਿਟੀ ਦਾ ਵੀ ਨੁਕਸਾਨ ਹੈ, ਸਿਰਫ ਕੈਂਡੀਡੇਟ ਦਾ ਨਹੀਂ ਨੁਕਸਾਨ ਹੋਇਆ ਬਲਕਿ ਯੂਨੀਵਰਸਿਟੀ ਦਾ ਵੀ ਨੁਕਸਾਨ ਹੈ, ਕਿਉਂਕਿ ਯੂਨੀਵਰਸਿਟੀ ਜਦ ਇਕੱਠੇ ਇਲੈਕਸ਼ਨ ਕਰਾਉਂਦਾ ਤਾਂ ਜਿਹੜਾ ਹੁਣ ਅਲੱਗ ਤੋਂ ਇਲੈਕਸ਼ਨ ਕਰਾਉਣਾ ਪੈਂਦਾ ਆ, ਉਸ ਕਰਕੇ ਜਿਹੜਾ 15 ਕੁ ਲੱਖ ਰੁਪਏ ਦਾ ਖਰਚਾ ਹੈ ਉਹ ਬਚ ਸਕਦਾ ਸੀਗਾ। ਮਤਲਬ ਕਿ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਨੁਕਸਾਨ ਤਾਂ ਹੈਗਾ ਹੀ ਹੈਗਾ। ਹੋਰ ਵੀ ਜਿੱਦਾਂ ਇਹਨਾਂ ਨੇ ਆਸ਼ੰਕਾ ਜ਼ਾਹਿਰ ਕੀਤੀ ਹੈ ਵੀ ਜਿਹੜੇ BC ਸਾਹਿਬ ਨੇ ਉਹ ਇਹ ਚਾਹੁੰਦੇ ਨੇ ਵੀ ਨੋਮੀਨੇਟ ਬੰਦੇ ਹੋਣ, ਜਿਹੜਾ ਸੀਨੇਟ 'ਚ ਇਲੈਕਸ਼ਨ ਚੁਣ ਕੇ ਜਾਂ ਲੋਕਾਂ ਵੱਲੋਂ ਚੁਣ ਕੇ ਜਿਹੜੇ ਨੁਮਾਇੰਦੇ ਆਉਂਦੇ ਆ ਉਹਨਾਂ ਨੂੰ ਆਪਣੀ ਰਿਪਰੈਜ਼ੈਂਟੇਸ਼ਨ ਤੋਂ ਦੂਰ ਰੱਖਿਆ ਜਾ ਸਕੇ। ਇੱਕ ਇਹ ਵੀ ਕੋਸ਼ਿਸ਼ ਆਪਾਂ ਮੰਨ ਸਕਦੇ ਹਾਂ, ਕਿਉਂਕਿ ਹਾਈ ਕੋਰਟ ਨੂੰ ਕਈ ਵਾਰੀ ਇਸ ਮਾਮਲੇ ਵਿੱਚ ਦਖਲ ਦੇਣਾ ਪਿਆ। ਹੁਣ ਲਾਸਟ ਵਿੱਚ ਹਾਈ ਕੋਰਟ ਨੇ ਇਹ ਕਿਹਾ, ਜਦੋਂ ਸਟੂਡੈਂਟ ਹਾਈ ਕੋਰਟ ਚਲੇ ਗਏ ਤਾਂ ਹਾਈ ਕੋਰਟ ਨੇ ਇਹ ਕਿਹਾ ਵੀ ਸਾਨੂੰ BC ਸਾਹਿਬ ਤੇ ਪੂਰਾ ਭਰੋਸਾ ਹੈ ਔਰ BC ਸਾਹਿਬ ਜ਼ਰੂਰ ਟਾਈਮ ਸਿਰ ਇਸ ਦੇ ਚੁਣਾਵ ਕਰਾਉਣਗੇ। ਇਸ ਕਰਕੇ ਇਹ ਸ਼ੰਕਾ ਖਤਮ ਹੋ ਜਾਂਦੀ ਹੈ ਵੀ ਚੁਣਾਵ ਨਹੀਂ ਹੋਣਗੇ, ਚੁਣਾਵ ਤਾਂ ਹੋਣਗੇ। ਇਹ ਹੋ ਸਕਦਾ ਵੀ 2 ਦਿਨ ਠਹਿਰ ਕੇ ਹੋਣ। मैं दिनेश गोयल, कैमरामैन उमा याब दे नाल, दैनिक सवेरा टीवी ਲਈ ਚੰਡੀਗੜ੍ਹ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ ਜਾਂ तुड़वाओ, रुस्से नूं मनाउणा। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।